ਮੌਜੂਦਾ ਸਮੇਂ ਵਿੱਚ ਜਿੱਥੇ ਲੋਕ ਇੱਕ ਜ਼ਮੀਨ ਵਾਸਤੇ ਆਪਣੇ ਆਪ ਤੱਕ ਨਾਲ ਲੜ ਝਗੜ ਪੈਂਦੇ ਨੇ, ਮਰਨ ਮਰਾਨ ਤੇ ਪਹੁੰਚ ਜਾਂਦੇ ਨੇ, ਉੱਥੇ ਹੀ ਸਮਾਜ ਵਿੱਚ ਇਹੋ ਜਿਹੀਆਂ ਸ਼ਖਸੀਅਤਾਂ ਵੀ ਨੇ ਜੋ ਆਪਣੀਆਂ ਕਰੋੜਾਂ ਰੁਪਈਆਂ ਦੀਆਂ ਸੰਪਤੀ ਸਮਾਜ ਲਈ ਦਾਨ ਕਰ ਜਾਂਦੀਆਂ ਨੇ। ਇਹੋ ਜਿਹਾ ਹੀ ਇੱਕ ਪਰਿਵਾਰ ਮੁਕੇਰੀਆਂ ਵਿੱਚ ਮੌਜੂਦ ਹੈ ਜਿਸ ਨੇ ਆਪਣੇ 17 ਮਰਲੇ ਜ਼ਮੀਨ ਵਿੱਚ ਬਣਿਆ ਘਰ ਸਮਾਜ ਸੇਵਾ ਦੇ ਕੰਮ ਕਰ ਰਹੀ ਸੰਸਥਾ ਸੰਸਕ੍ਰਿਤੀ ਮੰਦਰ ਨੂੰ ਪੇਂਟ ਕਰ ਦਿੱਤਾ। ਡਾਕਟਰ ਸਤਿਆਦੇਵ ਸਹਾਰਨ ਜੀ ਦੇ ਪਰਿਵਾਰ ਵੱਲੋਂ ਦਾਨ ਵਿੱਚ ਕੀਤੀ ਵਿਰਾਸਤ ਵਿੱਚ ਸੰਸਥਾ ਵੱਲੋਂ ਉਹਨਾਂ ਦੇ ਨਾਮ ਤੇ ਡਾਕਟਰ ਸਤਿਆਦੇਵ ਨਿਊਰੋਥੈਰੇਪੀ ਉਪਚਾਰ ਕੇਂਦਰ ਖੋਲ੍ਹਿਆ ਗਿਆ ਹੈ, ਜਿਸ ਦਾ ਅੱਜ ਵਿਧੀਵਤ ਉਦਘਾਟਨ ਕੀਤਾ ਗਿਆ ਹੈ। ਉਦਘਾਟਨੀ ਪ੍ਰੋਗਰਾਮ ਵਿੱਚ ਸਵਰਗਵਾਸੀ ਡਾਕਟਰ ਸਤਿਆਦੇਵ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਸੁਪੁੱਤਰ ਅਨਿਲ ਸਹਾਰਨ, ਰੇਖਾ ਸਹਾਰਨ, ਵਰੁਣ ਸਹਾਰਨ, ਕਮਲੇਸ਼ ਤਰੇਹਨ, ਰਾਕੇਸ਼ ਤਰੇਹਨ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਹਨਾਂ ਦਾ ਇੱਥੇ ਪਹੁੰਚਣ ਤੇ ਮੁਕੇਰੀਆਂ ਵਾਸੀਆਂ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਸਹਾਰਨ ਪਰਿਵਾਰ ਅਤੇ ਮੁੱਖ ਮਹਿਮਾਨ ਹਲਕਾ ਵਿਧਾਇਕ ਜੇਗੀ ਲਾਲ ਮਹਾਜਨ ਨੇ ਜੋਤੀ ਪ੍ਰਜਵਲਿਤ ਕੀਤੀ ਤੇ ਉਸ ਤੋਂ ਬਾਅਦ ਹਵਨ ਜਗ ਕੀਤਾ। ਸਭ ਤੋਂ ਪਹਿਲਾਂ ਸਹਾਰਨ ਪਰਿਵਾਰ ਅਤੇ ਮੁੱਖ ਮਹਿਮਾਨ ਹਲਕਾ ਵਿਧਾਇਕ ਜੋਗੀ ਲਾਲ ਮਹਾਜਨ ਨੇ ਜੋਤੀ ਪ੍ਰਜਵਲਿਤ ਕੀਤੀ ਅਤੇ ਉਸ ਤੋਂ ਬਾਅਦ ਹਵਨ ਜਗ ਕੀਤਾ ਗਿਆ, ਜਿਸ ਵਿੱਚ ਪਰਿਵਾਰਕ ਮੈਂਬਰਾਂ ਅਤੇ ਰਾਣਮਲਿਆਂ ਸੱਜਣਾਂ ਨੇ ਅਹੁਤੀਆਂ ਪਾਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸਤਿਆਦੇਵ ਮਹਾਜਨ ਦੇ ਸੁਪੁੱਤਰ ਅਨਿਲ ਮਹਾਜਨ ਨੇ ਦੱਸਿਆ ਕਿ 2019 ਵਿੱਚ ਇਹ ਘਰ ਸਾਡੇ ਵੱਲੋਂ ਸੰਸਕ੍ਰਿਤੀ ਮੰਦਰ ਨੂੰ ਦੇ ਦਿੱਤਾ ਗਿਆ ਸੀ ਅਤੇ ਕਰੋਨਾ ਕਰਕੇ ਇਹ ਪ੍ਰੋਗਰਾਮ ਕਾਫੀ ਦੇਰ ਬਾਅਦ ਹੋਇਆ ਹੈ। ਉਹਨਾਂ ਦੇ ਪਿਤਾ ਜੀ ਦੀ ਯਾਦ ਵਿੱਚ ਇੱਥੇ ਡਾਕਟਰ ਸਤਿਆਦੇਵ ਨਿਊਰੋਥੈਰੇਪੀ ਉਪਚਾਰ ਕੇਂਦਰ ਖੋਲ੍ਹਿਆ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਜੇਗੀ ਲਾਲ ਮਹਾਜਨ ਨੇ ਗੱਲਬਾਤ ਰਾਹੀਂ ਡਾਕਟਰ ਸਤਿਆਦੇਵ ਨਾਲ ਬਿਤਾਏ ਪਲ ਯਾਦ ਕਰਕੇ ਪਰਿਵਾਰਕ ਮੈਂਬਰਾਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਕੇਂਦਰ ਪ੍ਰਮੁੱਖ ਵਿਜੇ ਸ਼ਰਮਾ, ਨਵਲ ਮਹਾਜਨ, ਅਨਿਲ ਸ਼ਰਮਾ, ਕੁੰਵਰ ਸੰਗਰਾਮ ਸਿੰਘ, ਮਨਦੀਪ ਮਨਹਾਸ, ਪਰਮਿੰਦਰ ਮਹਾਜਨ ਘੁੱਗੀ, ਨੇਕ ਮਨਹਾਸ, ਡਾਕਟਰ ਰਾਜੇਸ਼ ਲਖਨਪਾਲ, ਜਵਾਏ ਮਹਾਜਨ, ਸੰਦੀਪ ਮਹਾਜਨ, ਸੂਰਜ ਕਾਂਤ ਢਿੰਗਰਾ, ਵਿੱਕੀ ਅਰੋੜਾ, ਪ੍ਰਦੀਪ ਪਲਾਹਾ ਆਦਿ ਵੀ ਉਪਸਥਿਤ ਹੋਏ। ਸਾਰਿਆਂ ਨੂੰ ਨਵ ਵਰਸ਼ ਦੀ ਬਹੁਤ ਸ਼ੁਭਕਾਮਨਾ। ਕੱਲ ਨਵ ਵਰਸ਼ ਸੀਗਾ ਵਿਕਰਮੀ ਸੰਵਤ। ਇਹ ਜੋ ਸੇਵਾਧਾਮ ਸਹਾਰਨ ਸੇਵਾਧਾਮ ਬਣਿਆ ਹੈ, ਇਹ ਸ਼੍ਰੀ ਸਤਿਆਦੇਵ ਸਹਾਰਨ ਜੀ ਜੋ ਪੁਰਾਣੇ ਸਮਾਜ ਸੇਵਕ ਸੀਗੇ, ਉਹਨਾਂ ਦਾ ਮਕਾਨ ਜਿਹੜਾ 17 ਮਰਲੇ ਹੈ, ਉਹਦੇ ਪਰਿਵਾਰ ਨੇ ਇਹ ਮਕਾਨ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਸਮਰਪਿਤ ਕਰਤਾ ਹੈ ਸੇਵਾ ਕਾਰਜ ਵਾਸਤੇ। ਇਹਦੇ ਵਿੱਚ ਅੱਜ ਅਸੀਂ ਨਿਊਰੋਥੈਰੇਪੀ ਸੈਂਟਰ ਸ਼ੁਰੂ ਕਰਨ ਜਾ ਰਹੇ ਹਾਂ ਜੋ ਬਗੈਰ ਦਵਾਈ ਤੋਂ ਟ੍ਰੀਟਮੈਂਟ ਕਰਦੇ ਹੈ। ਹਰ ਬਿਮਾਰੀ ਦਾ ਇਲਾਜ ਹੈ ਸਿਵਾਏ ਸਰਜੀਕਲ ਆਪਰੇਸ਼ਨ ਤੋਂ। ਸਾਰੀਆਂ ਬਿਮਾਰੀਆਂ ਬਗੈਰ ਦਵਾਈ ਤੋਂ ਨਰਵਸ ਸਿਸਟਮ ਨਾਲ ਠੀਕ ਕਰਨੀਆਂ, ਨਰਵਸ ਟ੍ਰੀਟਮੈਂਟ ਨਾਲ, ਜਿਸ ਦੇ ਵਿੱਚ ਜੋੜਾਂ ਦੀ ਬਿਮਾਰੀ, ਸਾਰੇ ਬਾਡੀ ਦਾ ਜੋ ਨਰਵ ਸਿਸਟਮ ਨੂੰ ਠੀਕ ਹੋ ਸਕਦਾ ਹੈ, ਜੋ ਆਯੁਰਵੈਦਿਕ ਸਿਧਾਂਤ ਹੈ, ਵਾਤ, ਕਫ ਔਰ ਪਿੱਤ। ਇਹ 4 ਘੰਟੇ 2 ਸਤਰ ਹੋਣਗੇ, ਸਵੇਰੇ 9 ਤੋਂ 1 ਵਜੇ ਤੱਕ ਔਰ ਸ਼ਾਮੀ 3 ਵਜੇ ਤੋਂ 7 ਵਜੇ ਤੱਕ। ਜਿਹੜੇ ਨਿਊਰੋਥੈਰੇਪੀ ਦੇ ਮਾਹਰ ਡਾਕਟਰ ਹੈ ਸ਼੍ਰੀ ਰਵਿੰਦਰ ਜੀ ਚੰਡੀਗੜ੍ਹ ਤੋਂ ਆਏ ਹੈ, ਇਹ ਇੱਥੇ ਸਦਾ ਰਹਿਣਗੇ, ਉਹ ਟ੍ਰੀਟਮੈਂਟ ਕਰਨਗੇ। ਧੰਨਵਾਦ। भारत माता की जय। नमस्कार जी। इस जरा ਅਸੀਂ ਆਪਾਂ ਨਿਊਰੋਥੈਰੇਪੀ ਦਾ ਕੇਂਦਰ ਦਾ ਉਦਘਾਟਨ ਕਰਨ ਵਾਸਤੇ ਜਾ ਰਹੇ ਹਾਂ। ਇਸ ਉਦਘਾਟਨ ਵਾਸਤੇ ਸੱਤ ਸਹਾਰਨ ਦਾ ਪਰਿਵਾਰ ਜਿਹੜਾ ਉਹਨਾਂ ਦੇ ਬੇਟੇ ਅੱਜ ਆਏ ਹੋਏ ਹੈ, ਉਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਮਾਜ ਸੇਵਾ ਦੇ ਵਿੱਚ ਉਹਦਾ ਪਰਿਵਾਰ, ਉਹਨਾਂ ਦੇ ਦਾਦਾ ਜੀ ਸੱਤ ਸਹਾਰਨ ਜੀ ਔਰ ਸੱਤ ਸਹਾਰਨ ਜੀ ਦੇ ਅੱਗੇ ਜਿਹੜੇ ਬੇਟੇ, ਉਹਨਾਂ ਦਾ ਬੜਾ ਯੋਗਦਾਨ ਹੈ ਜਿਹੜਾ ਕਿ ਸਮਾਜ ਦੇ ਵਾਸਤੇ। ਪਹਿਲੇ ਵੀ ਸਮਾਜਿਕ ਰਹੇ ਹੈ ਤੇ ਉਹਨਾਂ ਦੇ ਅੱਗੇ ਬੇਟੇ ਵੀ ਸਮਾਜਿਕ ਹੈ, ਜਿਨ੍ਹਾਂ ਨੇ ਇੰਨਾ ਵੱਡਾ ਜਿਹੜਾ ਸਾਨੂੰ ਪਲਾਟ ਔਰ ਬਿਲਡਿੰਗ ਡੋਨੇਸ਼ਨ 'ਚ ਦਿੱਤੀ ਹੈ ਔਰ ਸਾਨੂੰ ਨਹੀਂ, ਮਤਲਬ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ। ਤਾਂ ਇਸ ਦੇ ਵਿੱਚ ਜਿਹੜਾ ਅਸੀਂ ਨਿਊਰੋਥੈਰੇਪੀ ਦਾ ਕੇਂਦਰ ਸ਼ੁਰੂ ਕਰਨ ਜਾ ਰਹੇ ਹਾਂ,
ਉਹਦੇ ਜਿਹੜਾ ਮਰੀਜ਼ਾਂ ਦਾ ਟ੍ਰੀਟਮੈਂਟ ਬਿਨਾਂ ਦਵਾਈ ਦੇ ਬੜੇ ਅੱਛੇ ਢੰਗ ਨਾਲ ਤਸੱਲੀ ਬਖਸ਼ ਕੀਤਾ ਜਾ ਰਿਹਾ। ਉਹ ਸਭ ਅਸੀਂ ਸਭ ਦਾ ਆਏ ਹੋਏ ਜਿਹੜੇ ਸੱਜਣ ਹੈ ਉਹਨਾਂ ਦਾ ਵੀ ਧੰਨਵਾਦੀ ਹਾਂ। ਔਰ ਅਸੀਂ ਰੈਗੂਲਰ ਜਿਹੜਾ ਹੈ ਸਮਾਜ ਸੇਵਾ ਦੇ ਕੰਮ 'ਚ ਖੁਦ ਵੀ ਲੱਗੇ ਹੋਏ ਹਾਂ ਔਰ ਬਾਕੀਆਂ ਨੂੰ ਵੀ ਅਸੀਂ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਮਾਜ ਸਾਰਾ ਇੱਕ ਦੂਜੇ ਦੀ ਸੇਵਾ ਸ਼ਬਦ नहीं है लेकिन समाज सेवा वास्ते खड़ा होवे ऐसा अपना धन्यवाद जी बहुत बहुत शब्द भारत माता की जय। ये हमारा पैतृक मकान है और मेरे को तो ये शहर छोड़ के बहुत साल हो गए, कम से कम 50 साल। और माता जी पिताजी यहाँ रहते थे, उनके रहते रहते यहाँ भूख लगी रहती थी कि वहाँ जाना चाहिए, 3-4 महीने में एक चक्कर लग जाता था। मगर जब से वो यहाँ से गए हैं तब से फिर थोड़ा नाता टूट गया यहाँ से। तब से सोच चल रही थी कि यहाँ क्या करना चाहिए, इस मकान को बेच दिया जाए, पैसे इकट्ठे कर लिए जाएं या कुछ और किया जाए। इस बात को सोचने के लिए हमको कम से कम 10 साल लग गए। उसमें हमारी यहाँ पर बहुत लोगों से बात होती थी, स्पेशली सूरजकांत जी, इनसे मेरी लगातार बात होती रहती थी कि भाई यहाँ कुछ करना है, कुछ करो, आप कुछ बताओ मेरे को क्या किया जा सकता है। और इन्होंने मेरे को रास्ता दिखाया, इन्होंने मेरे को रास्ता दिखाया कि क्या करना चाहिए। इनमें फिर मेरे को साथ मिला जॉय जी का, प्रदीप जी का, विजय जी का, अनिल जी का, नवल जी का। इन्होंने सबने फैसला किया कि हम इसको संस्कृति मंदिर को दे देते हैं और यहाँ पर कुछ प्रोजेक्ट चलाए जाएंगे। और ये हमने फरवरी 2019 में 2020 में रादर हमने इसको हैंड ओवर कर दिया। उसके बाद कोविड आ गया, काम रुक गया। तब भी हमको लगा रहता था यहाँ कुछ होगा कि नहीं होगा, क्योंकि कोविड में कुछ हो ही नहीं रहा था। इस टाइम में इनके साथ मैंने झगड़ा भी किया, भाई आपको दिया आप कुछ करो, आपको यहाँ जंगल बनाने के लिए तो नहीं दिया था। मगर जब जो टाइम जब आना होता है तभी आता है। माता की कृपा से इस वर्ष के नवरात्रों में ये शुभ आरंभ हुआ है और मेरे को पूरी उम्मीद है कि ये बहुत अच्छा चलेगा। आप लोगों को बहुत बहुत बधाई हो। भारत माता की तो संस्कृति मंदिर जिसका आज अनिल जी ने यहाँ पूजन करवाना है, यहाँ पर न्यूरोथेरेपी सेंटर खोला जाएगा और ये सारा ही और भी प्रोजेक्ट यहाँ पे शुरू किए जाएंगे। अनिल जी के पिताजी डॉक्टर सत्यदेव सहारन जी के साथ मेरा बहुत लंबा समय उनके साथ रहा है। मेरा ख्याल वो 1972 में जनसंघ की तरफ से अकेले काउंसलर चुने गए थे और इतने मृदुभाषु डॉक्टर साहब थे कि 2-3 लोग आगे मतलब खड़े होना तो पहले वाला उनकी बात सुन पाएगा, तीसरे वाला नहीं सुन पाएगा। इतनी धीमी गति से वो बोलते थे और उनका आचरण जो समाज में रहा है, उस आचरण को देख के हम उनके साथ म्युनिसिपल कमेटी चुनावों में भी चले। मैं 1-2 इंसिडेंट्स उनके बताना चाहता हूं कि 1962 में मैं उस समय लगभग 15 साल का था। डॉक्टर केवल किशन जी पहले आरएसएस में थे। एक चुनाव भी 57 में वो एमएलए का चुनाव जनसंघ की टिकट पे लड़ चुके थे, लेकिन वो कांग्रेस में जाने के लिए तैयार हो गए। मुझे 100% याद है कि उस समय पार्टी के 5-7 लोग हमारे बहुत ही आदरणीय सतदेव बलगन जी, जो वो भी आज इस दुनिया में नहीं है, उनके घर बैठे थे। तो वहाँ पर डॉक्टर केवल कृष्ण जी को बुलाया गया कि डॉक्टर साहब आप हमें छोड़ के क्यों जा रहे हो, क्या मिल रहा है। डॉक्टर साहब ने कहा कि मेरा उधर भविष्य है, आप मुझे क्या दोगे। साथ ही रसोई थी। डॉक्टर सत्यदेव सहारन जी ने
वहाँ से वो कर्द पकड़ी और अपने हाथ में डाली, खून बाहर आ गया। उन्होंने कहा कि हम आपको पैसा नहीं दे सकते, हम आपको खून दे सकते हैं। ऐसे जज्बात थे भारत डॉक्टर माता साहब की जी के, और बहुत ही मेहनती थे। समाज में साधारण व्यक्ति जैसा उनका विचरण रहता था। आज मैं बहुत खुश हूँ कि उनके बच्चों ने, उनके परिवार ने उनका सही मूल्यांकन किया है और उनकी याद को बनाने के लिए, यहाँ परमानेंट स्थापित करने के लिए आज जो उन्होंने प्रयास किया है, मैं इनको बधाई देता हूँ और आस करता हूँ कि ऐसे ही सोच रखने वाले लोग और भी हमारे समाज में पैदा हों, ताकि जो समाज सेवा के कार्य हैं वो चलते रहे। और सहारण परिवार की को देख करके और इस संस्कृति मंदिर को देख करके, डॉक्टर सत्यदेव सहारण जी की तरफ देख के समाज की सेवा में अगर आज बढ़ेंगे, क्योंकि हमने तो बहुत कुछ सीखा है, हमने उसी तरह चले हैं। हमने अगर संघ से शिक्षा ली है तो संघ को अपने जीवन में अपनाया है, दिखावा नहीं किया है। अगर दिखावा करते तो हो सकता हम यहाँ पर नहीं पहुँचते, यहाँ तक आप लोगों ने पहुँचाया है। कि संघ से शिक्षा लेकर समाज की सेवा में लगें, ताकि संघ और आगे बढ़ सके। जिस प्रयास से अब ज़रूरत है इस समय संघ की, हमारे समाज को, खास तौर पे पंजाब को बहुत ज़रूरत है। दिखावा छोड़िए, पहले जो राजनीतिक लोग हैं दिखावा करते रहे, दिखावा छोड़ के सही शिक्षा की तरफ चले, ईमानदार रहे, पैसे की तरफ भाग दौड़ ना करे। क्योंकि पैसे की तरफ तो ये भी भाग दौड़ कर सकते थे, पैसे यहाँ से इकट्ठे कर सकते थे, ज़्यादा से ज़्यादा पैसे मिल सकते थे, लेकिन इनके मन में था कि इस मिट्टी को हमने सदा के लिए अपने परिवार के लिए जीवंत रखना है। इसीलिए इनके मन में ये प्रेरणा आई है, और ये प्रेरणा भगवान डालता है, किसी के कहने पे नहीं पड़ती है। हमसे जो भी कुछ करवाता है परमपिता परमात्मा ही करवाता है। इसलिए ज़्यादा ना कहता हूँ, ये सहारण परिवार को, ये हमारी बहनें भाई सब आए हैं, इनको मैं इस उपलक्ष्य में बधाई देता हूँ और सबको यहाँ पर ईमानदारी से जो भी सेंटर चलाने हैं चलाने के लिए आह्वान करता हूँ। हमारा सहयोग जो भी होगा, आप जो कहेंगे हम हर तरह का सहयोग देंगे। धन्यवाद। भारत PS Web TV ਤੋਂ ਨਵੀਨ ਸੰਧੂ ਦੀ ਰਿਪੋਰਟ।